ਸਿਲੇਬਸ ਦੇ ਅਕੋਰਡਿੰਗ ਹੁਣ ਜਿਹੜਾ ਫਸਟ ਟੌਪਿਕ ਹੈ ਦੈਟ ਇਜ਼ ਨੰਬਰ ਸਿਸਟਮ, ਅਤੇ ਉਹਦੀ ਮੈਂ ਅੱਜ ਗੱਲ ਕਰਾਂਗਾ ਬੇਸਿਕਸ। ਠੀਕ ਹੈ, ਨੰਬਰ ਸਿਸਟਮ ਤੁਸੀਂ ਛੋਟੀ ਕਲਾਸਿਸ 'ਚ ਜਿਵੇਂ ਪੜ੍ਹੇ ਹੁੰਦੇ ਆ, ਆਪਾਂ ਬੇਸਿਕਸ ਪਹਿਲਾਂ ਉੱਥੋਂ ਹੀ ਸਟਾਰਟ ਕਰਾਂਗੇ ਥੋੜ੍ਹਾ ਜਿਹਾ। ਜਿਵੇਂ ਤੁਹਾਡੇ ਤੁਸੀਂ ਪੜ੍ਹਦੇ ਹੋ 1 0 ਤੋਂ ਸਟਾਰਟਿੰਗ ਕਰਦੇ 0 1 2 3 ਆ ਤੁਸੀਂ ਨੋਰਮਲੀ ਨੰਬਰ ਸਟੱਡੀ ਕਰਦੇ ਹੋ। ਠੀਕ ਹੈ, ਮੈਥਮੈਟਿਕਸ 'ਚ ਇਹਨੂੰ ਅਗਰ ਤੁਹਾਨੂੰ ਛੋਟੀ ਕਲਾਸ 'ਚ ਯਾਦ ਹੋਵੇ ਤੁਹਾਨੂੰ ਪੜ੍ਹਾਇਆ ਜਾਂਦਾ ਸੀ 1s 10s, ਠੀਕ ਹੈ, 100 1000, ਜਿਨ੍ਹਾਂ ਨੇ ਪੰਜਾਬੀ 'ਚ ਪੜ੍ਹਿਆ ਹੋਗਾ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਇਸ ਤਰ੍ਹਾਂ ਪੜ੍ਹਾਉਂਦੇ ਹੁੰਦੇ ਸੀ। ਆਪਾਂ ਲੈਫਟ ਸਾਈਡ ਤੋਂ ਸ਼ੁਰੂ ਕਰਦੇ ਸੀ। ਠੀਕ ਹੈ, ਸੋ ਇਹਨੂੰ ਅਸੀਂ ਕੰਪਿਊਟਰ ਲੈਂਗੁਏਜ 'ਚ ਜਾਂ ਕਹਿ ਲਓ ਕਿ ਐਕਚੁਅਲੀ ਮੈਥਮੈਟਿਕਸ 'ਚ ਇਹਨੂੰ ਆਪਾਂ ਕਹਿੰਦੇ ਡੈਸੀਮਲ ਨੰਬਰਸ। ਡੈਸੀਮਲ ਨੰਬਰਸ ਕਿਉਂ ਕਹਿੰਦੇ ਇਹਨਾਂ ਨੂੰ? ਬਿਕੋਜ਼ ਇਹਦਾ ਜਿਹੜਾ ਬੇਸ ਹੁੰਦਾ ਉਹ 10 ਹੁੰਦਾ। ਬੇਸ 10 ਦਾ ਮਤਲਬ ਤੁਸੀਂ 1s ਕਹਿੰਦੇ ਹੋ, ਯਾਨੀ ਕਿ ਇਹਨੂੰ 0 ਨਾਲ ਰਿਪਰੈਜ਼ੈਂਟ 1 ਨਾਲ ਰਿਪਰੈਜ਼ੈਂਟ ਕਰਦੇ ਹੋ। ਜੋ 10s ਹੁੰਦਾ 10 ਦੇ ਨਾਲ, ਫਿਰ 100 ਦੇ ਨਾਲ, ਅਤੇ ਅਗਰ ਤੁਸੀਂ ਬੇਸ ਦੇਖੋ ਤਾਂ ਤੁਸੀਂ 10 ਦੇ ਨਾਲ ਇਹਨੂੰ ਮਲਟੀਪਲਾਈ ਕਰਦੇ ਹੋ। ਇਹਨੂੰ ਮੈਂ ਐਕਸਪਲੇਨ ਬਾਅਦ ਵਿੱਚ ਕਰ ਦਿੰਦਾ ਉੱਦਾਂ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਕਹਿੰਦੇ ਹਾਂ। ਫਿਲਹਾਲ ਤੁਸੀਂ ਇਹ ਯਾਦ ਰੱਖਣਾ ਕਿ ਡੈਸੀਮਲ ਜਿਹੜੇ ਨੰਬਰਸ ਹੁੰਦੇ ਆ ਉਹਨਾਂ ਦਾ ਜਿਹੜਾ ਬੇਸ ਹੁੰਦਾ ਉਹ 10 ਹੁੰਦਾ। ਹੁਣ ਮੰਨ ਲਓ ਕਿਸੇ ਨੇ ਔਰ ਇਹਦੀ ਜਿਹੜੀ ਮਿਨੀਮਮ ਵੈਲਿਊ ਹੈ, ਮਤਲਬ ਕਿਸੇ ਡੈਸੀਮਲ ਦੀ ਕਿਹੜੀ ਵੈਲਿਊ ਹੋ ਸਕਦੀ 0 ਤੋਂ ਲੈ ਕੇ 9 ਤੱਕ, 0 1 2 3 ਤੋਂ ਲੈ ਕੇ 9 ਤੱਕ, ਅਤੇ ਤੁਸੀਂ ਇਹਨਾਂ ਡਿਜਿਟਸ ਨੂੰ ਯੂਜ਼ ਕਰਕੇ ਕਿਸੇ ਵੀ ਡੈਸੀਮਲ ਨੰਬਰ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਮਤਲਬ ਕੋਈ ਵੀ ਤੁਸੀਂ ਨੰਬਰ ਚੱਕ ਲਓ, ਉਹਦੇ ਵਿੱਚ ਮਿਨੀਮਮ ਵੈਲਿਊ 0 ਹੋਊਗੀ, ਮੈਕਸਿਮਮ 9 ਹੋਊਗੀ। ਜਿੱਦਾਂ ਮੰਨ ਲਓ ਹੁਣ ਮੈਂ ਇਸ ਤਰ੍ਹਾਂ ਕੁਛ ਵੀ ਲਿਖ ਦਿੰਦਾ, ਅਤੇ ਇਹਨਾਂ ਤੋਂ ਇਲਾਵਾ ਹੋਰ ਕੋਈ ਤੁਸੀਂ ਡਿਜਿਟ ਨਹੀਂ ਯੂਜ਼ ਕਰਦੇ ਹੋ। ਠੀਕ ਹੈ, ਉਸ ਤੋਂ ਇਲਾਵਾ ਜਿਹੜਾ ਹੁਣ ਤੁਹਾਡਾ ਕੰਪਿਊਟਰ ਲੈਂਗੁਏਜ ਦੇ ਅਕੋਰਡਿੰਗਲੀ ਜਿਹੜੀ ਸੈਕੰਡ ਟਾਈਪ ਹੁੰਦੀ ਦੈਟ ਇਜ਼ ਹੁੰਦੀ ਔਕਟਲ। ਔਕਟਲ ਨੰਬਰਸ। ਠੀਕ ਹੈ, ਔਕਟਲ ਨੰਬਰਸ ਦੇ ਵਿੱਚ ਕੀ ਹੁੰਦਾ, ਤੁਹਾਡਾ ਬੇਸ ਹੁੰਦਾ 8। ਠੀਕ ਹੈ, ਇਹਨੂੰ ਹੁਣ ਕਿਸ ਤਰ੍ਹਾਂ ਆਪਾਂ ਜਿੱਦਾਂ ਇਕਾਈ ਦਿਹਾੜੀ ਦੇ ਫਾਰਮ 'ਚ ਕਿੱਦਾਂ ਲਿਖਦੇ ਹਾਂ ਮੈਂ ਬਾਅਦ ਵਿੱਚ ਸਮਝਾ ਦਿੰਦਾ। ਠੀਕ ਹੈ, ਜੇ ਤੁਸੀਂ ਸਮਝਣਾ ਤਾਂ ਉੱਦਾਂ ਇਸ ਤਰ੍ਹਾਂ ਹੁੰਦਾ ਕਿ 8 ਦੀ ਪਾਵਰ ਪਹਿਲਾਂ ਆਪਾਂ 0 ਰਿਪਰੈਜ਼ੈਂਟ ਕਰਦੇ। ਜੇ ਤੁਸੀਂ ਇਹਨੂੰ ਵੀ ਸਮਝਣਾ ਹੈ ਆਪਾਂ ਇੱਦਾਂ ਲਿਖ ਲੈਂਦੇ। ਚਲੋ ਡੈਸੀਮਲ ਨੂੰ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ 10⁻0 10⁻1 10⁻2 ਐਂਡ ਸੋ ਔਨ। ਠੀਕ ਹੈ, ਇਸੇ ਤਰ੍ਹਾਂ ਜਦੋਂ ਔਕਟਲ ਦੀ ਗੱਲ ਆਊਗੀ ਤਾਂ ਆਪਾਂ ਰਿਪਰੈਜ਼ੈਂਟ ਕਰਾਂਗੇ 8⁻0 8⁻1 8⁻2। ਹੁਣ ਮੈਂ ਤੁਹਾਨੂੰ ਟਰਮੀਨੋਲੋਜੀ ਵੈਸੇ ਸਾਰੀ ਸਮਝਾ ਦੇਵਾਂਗਾ, ਪਰ ਫਰੋਮ ਪੇਪਰ ਪੁਆਇੰਟ ਆਫ ਵਿਊ ਤੁਹਾਨੂੰ ਇਹ ਸਾਰੀ ਟਰਮੀਨੋਲੋਜੀ ਕੁਛ ਯਾਦ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ, ਤੁਹਾਨੂੰ ਸਿਰਫ ਸਮਝਣ ਦੀ ਲੋੜ ਹੈ। ਜਿੱਦਾਂ ਤੁਸੀਂ ਮੈਥਮੈਟਿਕਸ ਹੁੰਦਾ, ਮੈਥਮੈਟਿਕਸ ਕੋਈ ਥਿਊਰੀ ਨਹੀਂ ਪੁੱਛੀ ਜਾਂਦੀ, ਤੁਹਾਨੂੰ ਸਿਰਫ ਜਿਹੜਾ ਸਮ ਹੈ ਸੋਲਵ ਕਰਨਾ ਆਉਣਾ ਚਾਹੀਦਾ। ਸੋ ਅਲਟੀਮੇਟ ਸਾਡਾ ਗੋਲ ਕੀ ਹੈ, ਸਮ ਸੋਲਵ ਕਰਨਾ, ਉਹ ਮੈਂ ਤੁਹਾਨੂੰ ਸਿਖਾ ਦਿਆਂਗਾ। ਇਹ ਵੈਸੇ ਸਿਰ ਮੈਂ ਤੁਹਾਨੂੰ ਇੱਕ ਵਾਰੀ ਥਿਊਰੀ ਮਾੜੀ ਜਿਹੀ ਦੱਸ ਰਿਹਾ ਵੀ ਆਹ ਚੀਜ਼ਾਂ ਹੁੰਦੀਆਂ। ਠੀਕ ਹੈ, ਹੁਣ ਬੇਸ ਇਹਦਾ ਹੋ ਗਿਆ 8, ਇਹਦੀ ਮਿਨੀਮਮ ਵੈਲਿਊ ਜਿਹੜੀ ਹੁੰਦੀ 0 ਹੁੰਦੀ ਹੈ, ਮੈਕਸੀਮਮ ਇਹਦੇ ਵਿੱਚ 7 ਤੱਕ ਹੋ ਸਕਦੀ। ਹੁਣ ਪ੍ਰੋਬਲਮ ਕੀ ਆਉਂਦੀ ਹੈ, ਮੰਨ ਲਓ ਮੈਂ ਅਗਰ ਆਹੀ ਇਹਨੂੰ ਹੁਣ ਤੁਸੀਂ ਚੇਂਜ ਕਰ ਲਓ 176 ਕਰ ਲਓ, ਅਤੇ ਇੱਥੇ ਵੀ 176 ਕਰ ਲਓ। ਹੁਣ ਇਸ ਕੇਸ 'ਚ ਆਹ ਜਿਹੜਾ ਨੰਬਰ ਹੈ ਇਹ ਦੋਨਾਂ ਦੀ ਰੇਂਜ 'ਚ ਆਉਂਦਾ, ਡੈਸੀਮਲ ਦੀ ਰੇਂਜ 'ਚ ਵੀ ਆ ਰਿਹਾ ਅਤੇ ਔਕਟਲ ਦੀ ਰੇਂਜ 'ਚ ਵੀ ਆ ਰਿਹਾ। ਅਤੇ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਸਾਨੂੰ ਜਿਹੜਾ ਨੰਬਰ ਦਿੱਤਾ ਹੈ ਉਹ ਡੈਸੀਮਲ ਹੈ ਜਾਂ ਔਕਟਲ ਹੈ? ਉਹਦੇ ਲਈ ਆਪਾਂ ਬੇਸ ਨੂੰ ਯੂਜ਼ ਕਰਦੇ ਹਾਂ, ਯਾਨੀ ਕਿ ਤੁਹਾਨੂੰ ਜਿਹੜਾ ਸਮ ਹੈ ਜਾਂ ਜਿਹੜੀ ਤੁਹਾਨੂੰ ਸਟੇਟਮੈਂਟ ਆਊਗੀ ਉਹਦੇ ਵਿੱਚ ਲਿਖਿਆ ਹੋਊਗਾ। ਅਗਰ ਬ੍ਰੈਕਟ ਪਾ ਕੇ ਇੱਥੇ 10 ਲਿਖਿਆ ਇਟ ਮੀਨਸ ਇਟ ਇਜ਼ ਅ ਡੈਸੀਮਲ ਨੰਬਰ। ਅਗਰ ਇਹਦੀ ਬ੍ਰੈਕਟ 'ਚ ਪਾ ਕੇ ਇੱਥੇ ਲਿਖਿਆ ਹੋਇਆ 8 ਇਟ ਮੀਨਸ ਇਟ ਇਜ਼ ਅ ਔਕਟਲ ਨੰਬਰ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਇੱਕ ਆਉਂਦਾ ਤੁਹਾਡਾ ਬਾਈਨਰੀ ਨੰਬਰਸ। ਇਹ ਤਾਂ ਚਲੋ ਹੁਣ ਸਾਰਿਆਂ ਨੂੰ ਵੈਸੇ ਪਤਾ ਹੀ ਹੈ ਬਾਈਨਰੀ ਨੰਬਰਸ। ਇਹਦਾ ਜਿਹੜਾ ਬੇਸ ਹੁੰਦਾ ਹੈ ਇਹ ਹੁੰਦਾ 2, ਅਤੇ ਇਹਦੇ ਵਿੱਚ ਮਿਨੀਮਮ ਵੈਲਿਊ 0 ਅਤੇ ਮੈਕਸੀਮਮ ਵੈਲਿਊ 1 ਦੋ ਹੀ ਵੈਲਿਊਜ਼ ਹੁੰਦੀਆਂ, ਇਸੇ ਕਰਕੇ ਇਹਨੂੰ ਬਾਈਨਰੀ ਵੀ ਕਹਿ ਦਿੰਦੇ ਆ। ਅਤੇ ਇਹਦੀ ਤਾਂ 0 1 0 1 ਸਮਥਿੰਗ ਇਸ ਤਰ੍ਹਾਂ ਹੀ ਲਿਖਿਆ ਹੁੰਦਾ, ਬ੍ਰੈਕਟ ਦੇ ਵਿੱਚ ਇਹਨਾਂ ਲਿਖਿਆ ਹੁੰਦਾ 2। ਇਹਦਾ ਮਤਲਬ ਕੀ ਹੈ, ਜੇ ਤੁਹਾਨੂੰ ਨੰਬਰ ਦਿੱਤਾ ਗਿਆ ਦੈਟ ਇਜ਼ ਬਾਈਨਰੀ। ਠੀਕ ਹੈ, ਅਤੇ ਲਾਸਟ ਜਿਹੜੀ ਤੁਹਾਡੀ ਆਉਂਦੀ ਟਾਈਪ ਉਹ ਆਉਂਦੀ ਹੈਗਜ਼ਾ ਡੈਸੀਮਲ ਨੰਬਰਸ। ਠੀਕ ਹੈ, ਇਹਦਾ ਬੇਸ ਹੁੰਦਾ 16, ਦੈਨ ਇਹਦੀ ਹੁਣ ਮਿਨੀਮਮ ਵੈਲਿਊ ਸ਼ੁਰੂ ਹੁੰਦੀ 0 ਤੋਂ ਮੈਕਸੀਮਮ ਦੇਖੋ 9 ਤੱਕ। 9 ਤੋਂ ਬਾਅਦ ਤਾਂ ਮੈਨੂੰ ਵੀ ਨਹੀਂ ਪਤਾ ਵੀ ਮੈਥਮੈਟਿਕਸ ਕੋਈ ਹੋਰ ਡਿਜਿਟ ਹੈ ਜਾਂ ਨਹੀਂ ਹੈ। 0 ਤੋਂ ਲੈ ਕੇ 9 ਤੱਕ ਹੀ ਸਾਰੇ ਡਿਜਿਟ ਹੁੰਦੇ, ਇਸ ਤੋਂ ਬਾਅਦ ਕੋਈ ਡਿਜਿਟ ਨਹੀਂ ਹੁੰਦਾ। ਬਟ ਇੱਥੇ ਹੁਣ ਬੇਸ ਕੀ ਹੈ 16, ਯਾਨੀ ਕਿ ਆਪਾਂ 16 ਡਿਜਿਟਸ ਲਿਖਣੇ। ਅਗਰ ਤੁਸੀਂ ਗਿਣਤੀ ਕਰੋਗੇ, ਅਗਰ ਤੁਸੀਂ ਹੋਰ ਥੋੜ੍ਹਾ ਲੌਜੀਕਲੀ ਸੋਚੋ, ਅਤੇ 0 ਤੋਂ ਲੈ ਕੇ 9 ਤੱਕ ਇੱਥੇ ਗਿਣਤੀ ਕਿੰਨੀ ਹੁੰਦੀ, ਨੰਬਰ ਕਿੰਨੇ ਬਣਦੇ 10, ਇਸ ਕਰਕੇ ਇਹਦਾ ਬੇਸ 10 ਹੈ। 0 ਤੋਂ ਲੈ ਕੇ 7 ਤੱਕ ਇਹਦੀ ਅਗਰ ਕਾਊਂਟਿੰਗ ਕਰੋਗੇ ਤਾਂ ਕਾਊਂਟਿੰਗ ਇਹਦੀ ਹੋਈ 8, ਇਸ ਕਰਕੇ ਇਹਦਾ ਬੇਸ 8 ਹੈ। ਇਹਦਾ 0 ਤੋਂ 1 ਨੂੰ ਕਾਊਂਟ ਕਰੋਗੇ ਤਾਂ 2, ਇਸ ਕਰਕੇ ਇਹਦਾ ਬੇਸ 2 ਹੈ। ਹੁਣ 0 ਤੋਂ 9 ਤੋਂ ਲੈ ਕੇ ਤੱਕ ਹੋਏ 10 ਕਾਊਂਟਿੰਗ, ਸਾਡੇ 6 ਐਕਸਟਰਾ ਬਚ ਗਏ ਕਿਉਂਕਿ ਸਾਡਾ ਬੇਸ 16 ਹੈ, ਤਾਂ ਆਪਾਂ 6 ਡਿਜਿਟਸ ਪੂਰੇ ਕਰਨੇ ਆ। ਸੋ ਉਹਦੇ ਲਈ ਹੁਣ ਇਹਨਾਂ ਨੇ ਕੀ ਸਿਸਟਮ ਯੂਜ਼ ਕੀਤਾ ਹੁੰਦਾ, A ਤੋਂ ਸ਼ੁਰੂ ਕਰ ਦਿੰਦੇ, A ਤੋਂ ਲੈ ਕੇ F ਤੱਕ, A B C D E ਐਂਡ F 6 ਅਲਫਾਬੈਟਸ ਨੂੰ ਇਨਕਲੂਡ ਕਰ ਲੈਂਦੇ ਆ। ਯਾਨੀ ਕਿ ਅਗਰ ਤੁਹਾਡੇ
केस च 10 ਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ A ਨਾਲ, 11 ਨੂੰ B ਨਾਲ, 12 ਨੂੰ C ਨਾਲ, 13 14 ਐਂਡ 15 ਨੂੰ F ਨਾਲ ਫਾਈਨਲੀ। ਠੀਕ ਹੈ, ਸੋ ਸਾਡੇ ਕੋਲ ਜਿਹੜੇ ਬੇਸਿਕਲੀ ਕਿੰਨੇ ਤਰ੍ਹਾਂ ਦੇ ਹੈ, 4 ਤਰ੍ਹਾਂ ਦੇ ਤੁਹਾਡੇ ਕੋਲ ਨੰਬਰਸ ਅਵੇਲੇਬਲ ਹੈ, ਬਾਈਨਰੀ, ਡੈਸੀਮਲ, ਹੈਗਜ਼ਾਡੈਸੀਮਲ ਐਂਡ ऑक्टल्स। ਪਹਿਲਾਂ ਤਾਂ ਤੁਹਾਨੂੰ ਆਹ ਚੀਜ਼ ਪਤਾ ਹੋਣੀ ਚਾਹੀਦੀ। ਹੁਣ ਇਹਦਾ ਕੀ ਸਿਸਟਮ ਹੁੰਦਾ, ਮੰਨ ਲਓ ਕਿਸੇ ਨੇ ਇੱਦਾਂ ਲਿਖਤਾ ਨੰਬਰ 09A ਬ੍ਰੈਕਟ 'ਚ ਪਾਤਾ 16, ਇਹਦਾ ਮਤਲਬ ਇਟਸ ਅ ਹੈਗਜ਼ਾਡੈਸੀਮਲ ਨੰਬਰ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇਹਦੀ ਥਿਊਰੀ ਆਉਂਦੀ ਦੈਟ ਇਜ਼ ਕਨਵਰਜ਼ਨ, ਕਿ ਆਪਾਂ ਇੱਕ ਤੋਂ ਦੂਜੇ ਦੇ ਵਿੱਚ ਇਹਨਾਂ ਨੂੰ ਕਨਵਰਟ ਕਿੱਦਾਂ ਕਰਦੇ ਹਾਂ। ਹੁਣ ਬਿਕੋਜ਼ ਸਾਡਾ ਬੇਸਿਕ ਜੋ ਹੈ, ਜਾਂ ਕਹਿ ਲਓ ਆਪਾਂ ਜੋ ਬਚਪਨ ਤੋਂ ਪੜ੍ਹਿਆ, ਅਸੀਂ ਬਚਪਨ ਤੋਂ ਪੜ੍ਹਦੇ ਡੈਸੀਮਲ। ਸੋ ਪਹਿਲਾ ਕੁਐਸਚਨ ਇਹ ਆਉਂਦਾ ਕਿ ਅਸੀਂ ਡੈਸੀਮਲ ਨੂੰ ऑक्टल 'ਚ, ਡੈਸੀਮਲ ਨੂੰ ਬਾਈਨਰੀ ਦੇ ਵਿੱਚ, ਅਤੇ ਡੈਸੀਮਲ ਨੂੰ ਹੀ ਹੈਗਜ਼ਾ ਦੇ ਵਿੱਚ ਅਸੀਂ ਕਿਵੇਂ ਕਨਵਰਟ ਕਰਨਾ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਕੁਐਸਚਨ ਤੁਹਾਡਾ ਇਹੀ ਆਊਗਾ। ਠੀਕ ਹੈ, ਸੋ ਹੁਣ ਅਸੀਂ ਜਿਹੜਾ ਹੈ ਪਹਿਲਾਂ ਆਹ ਚੀਜ਼ ਦੇਖਣੀ ਆ। ਹੁਣ ਡੈਸੀਮਲ ਦੇ ਕੇਸ 'ਚ ਵੀ 2 ਤਰ੍ਹਾਂ ਦੇ ਨੰਬਰਸ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਮੈਥਮੈਟੀਕਲੀ ਮੇਰੇ ਖਿਆਲ ਨਾਲ ਆਪਾਂ ਇੱਦਾਂ ਕਹਿੰਦੇ ਕਿ ਇੱਕ ਤਾਂ ਸਿੰਪਲ ਨੰਬਰਸ ਹੁੰਦੇ, ਇੱਕ ਹੁੰਦੇ ਪੁਆਇੰਟਾਂ ਵਾਲੇ ਜਿਨ੍ਹਾਂ ਨੂੰ ਸ਼ਾਇਦ ਫਲੋਟਿੰਗ ਪੁਆਇੰਟ ਕਹਿੰਦੇ ਆ, ਜਾਂ ਰੀਅਲ ਨੰਬਰਸ, ਮੈਨੂੰ ਨਹੀਂ ਕਲੀਅਰ ਹੈਗਾ ਮੈਥਮੈਟਿਕਸ ਤੁਸੀਂ ਕੀ ਕਹਿੰਦੇ ਹੋ। ਜਿੱਦਾਂ 10 ਪੁਆਇੰਟ ਆਪਾਂ ਨੂੰ ਤਾਂ ਇੰਨਾ ਪਤਾ ਕਿ ਇੱਕ ਸਿੰਪਲ ਨੰਬਰਸ ਹੁੰਦੇ, ਇੱਕ ਹੁੰਦੇ ਪੁਆਇੰਟਾਂ ਵਾਲੇ ਨੰਬਰ। ਠੀਕ ਹੈ, ਫਿਲਹਾਲ ਜਿਹੜੀ ਮੈਂ ਅੱਜ ਗੱਲ ਕਰਾਂਗਾ ਉਹ ਮੈਂ ਸਿੰਪਲ ਵਾਲਿਆਂ ਦੀ ਗੱਲ ਕਰਾਂਗਾ, ਜਿਹੜੇ ਪੁਆਇੰਟਸ ਵਾਲਾ ਆਪਾਂ ਨੈਕਸਟ ਲੈਕਚਰ 'ਚ ਦੇਖਾਂਗੇ। ਹੁਣ ਮੰਨ ਲਓ ਸਾਡੇ ਕੋਲ ਡੈਸੀਮਲ ਨੰਬਰ ਕੋਈ ਇੱਕ ਹੈਗਾ ਹੈ, ਆਹ ਹੈਗਾ 176 ਹੀ ਆਪਾਂ ਲੈ ਲੈਂਦੇ। ਠੀਕ ਹੈ, 176 ਨੂੰ ਹੀ ਆਪਾਂ ਕੰਸੀਡਰ ਕਰ ਲੈਂਦੇ। ਇਸ ਨੰਬਰ ਨੂੰ ਅਗਰ ਤੁਸੀਂ ਬਾਈਨਰੀ ਦੇ ਵਿੱਚ ਲਿਖਣਾ ਤਾਂ ਤੁਸੀਂ ਕਿੱਦਾਂ ਲਿਖੋਗੇ, ਇਸੇ ਨੰਬਰ ਨੂੰ ਤੁਸੀਂ ਅਗਰ ऑक्टल ਦੇ ਵਿੱਚ ਲਿਖਣਾ ਤਾਂ ਕਿਵੇਂ ਲਿਖੋਗੇ, ਅਤੇ ਇਸੇ ਨੰਬਰ ਨੂੰ ਤੁਸੀਂ ਅਗਰ ਹੈਗਜ਼ਾਡੈਸੀਮਲ 'ਚ ਲਿਖਣਾ ਤੁਸੀਂ ਕਿਵੇਂ ਲਿਖੋਗੇ। ਠੀਕ ਹੈ, ਪਹਿਲਾ ਕੁਐਸਚਨ ਇਹ ਹੈ। ਹੁਣ ਇਹਦਾ ਤਰੀਕਾ ਕੀ ਹੈ, ਤੁਹਾਨੂੰ ਜੋ ਡੈਸੀਮਲ ਨੰਬਰ ਦਿੱਤਾ ਹੋਊਗਾ ਇਹਦਾ ਬੇਸ 10 ਇੱਥੇ ਲਿਖਿਆ ਹੋਊਗਾ। ਠੀਕ ਹੈ, ਜਦੋਂ ਤੁਹਾਨੂੰ ਆਹ ਬੇਸ 10 ਦਿੱਤਾ ਤੁਸੀਂ ਇਹਨੂੰ ਕਨਵਰਟ ਕਿੱਦਾਂ ਕਰਨਾ, ਅਗਰ ਬਾਈਨਰੀ 'ਚ ਕਰਨਾ 176 ਲਿਖ ਲੈਣਾ। ਠੀਕ ਹੈ, ਨੰਬਰ ਵੈਸੇ ਜ਼ਿਆਦਾ ਵੱਡਾ ਹੈ, ਆਪਾਂ ਚਲੋ ਕੋਈ ਨਹੀਂ ਕਰ ਲੈਂਦੇ। ਠੀਕ ਹੈ, 176 ਹੋ ਗਿਆ। ਜੋ ਤੁਹਾਡਾ ਇੱਥੇ ਬੇਸ ਹੈ ਉਹਦੇ ਨਾਲ ਇਹਨੂੰ ਡਿਵਾਈਡ ਕਰਨਾ ਸ਼ੁਰੂ ਕਰ ਦੇਣਾ 2 ਦੇ ਨਾਲ। ਠੀਕ ਹੈ, 2 8 ਦਾ 16, 2 8 ਦਾ 16। ਠੀਕ ਹੈ, ਰਿਮਾਈਂਡਰ ਕੀ ਆਇਆ 0। ਉਸ ਤੋਂ ਬਾਅਦ 2 4 ਦਾ 8, 2 4 ਦਾ 8, ਰਿਮਾਈਂਡਰ ਕੀ ਆਇਆ 0। ਠੀਕ ਹੈ, ਇਸ ਤਰ੍ਹਾਂ ਤੁਸੀਂ ਲਿਖ ਦੇਣਾ 2 2 ਦਾ 4, 2 2 ਦਾ 4, ਰਿਮਾਈਂਡਰ ਕੀ ਆ ਗਿਆ 0। 176 ਵਾਲਾ 2 8 16, 2 8 16, 2 6। ਠੀਕ ਹੈ, ਉਸ ਤੋਂ ਬਾਅਦ 2 2 11 ਦਾ 22, 0। ਠੀਕ ਹੈ, ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਲਿਖਦੇ ਜਾਣਾ 2 5 ਦਾ ਕਿੰਨਾ ਆ ਗਿਆ 10, 1 ਰਿਮਾਈਂਡਰ ਇੱਧਰ ਲਿਖ ਲੈਣਾ। ਠੀਕ ਹੈ, ਉਸ ਤੋਂ ਬਾਅਦ 2 2 ਦਾ 4, 1 ਰਿਮਾਈਂਡਰ, ਲਾਸਟ 2 1 ਦਾ 2, ਰਿਮਾਈਂਡਰ 0। ਹੁਣ ਇਹਨੂੰ ਪੁੱਠਾ ਕਰਕੇ ਲਿਖਣਾ, ਥੱਲੇ ਉੱਪਰ ਸ਼ੁਰੂ ਕਰਨਾ ਸੀ। ਠੀਕ ਹੈ, ਥੱਲੇ ਉੱਪਰ ਲਿਖਣਾ, ਯਾਨੀ ਕਿ ਲਿਖਣਾ ਕਿ ਤੁਸੀਂ ਹੁਣ ਪਹਿਲਾਂ ਕੀ ਆਇਆ ਤੁਹਾਡਾ 1 0, ਉਸ ਤੋਂ ਬਾਅਦ 1 1 0 0 0। ਠੀਕ ਹੈ, ਇਹਨੂੰ ਤੁਸੀਂ ਬ੍ਰੈਕਟ ਪਾ ਕੇ ਤੁਸੀਂ ਲਿਖ ਦੇਣਾ 2। ਇਟ ਮੀਨਸ ਦਿਸ ਵਰਡ ਇਜ਼ ਰਿਪਰੈਜ਼ੈਂਟਿੰਗ ਦਾ 176 ਇਨ ਬਾਈਨਰੀ। ਮਤਲਬ ਤੁਸੀਂ ਅਗਰ 176 ਨੂੰ ਬਾਈਨਰੀ 'ਚ ਲਿਖਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਲਿਖੋਗੇ 10 1 1, ਉਸ ਤੋਂ ਬਾਅਦ 4 ਵਾਰੀ 0, ਸੌਰੀ 3 ਵਾਰੀ ਮੈਂ ਪਾਏ, 4 ਵਾਰੀ 0 ਹੋਣਾ ਸੀ। ਠੀਕ ਹੈ, 4 ਵਾਰੀ 0, ਬਾਅਦ 'ਚ 2 ਲਿਖ ਦੇਣਾ। ਹੁਣ ਆਹੀ ਤਰੀਕਾ 8 ਦੇ ਕੇਸ 'ਚ 176 ਨੂੰ ਹੁਣ ਤੁਸੀਂ 2 ਨਾਲ ਡਿਵਾਈਡ ਕਰੋਗੇ। ਹੁਣ ਇਹ ਮੈਥਮੈਟਿਕਲੀ ਹੈ, ਮਗਰ ਤੁਸੀਂ ਲੌਜੀਕਲੀ ਨੂੰ ਬਹੁਤ ਜ਼ਿਆਦਾ ਸੋਚਣਾ ਚਾਹੁੰਦੇ ਹੋ। ਜਦੋਂ ਵੀ ਆਪਾਂ ਕਿਸੇ ਵਰਡ ਨੂੰ ਜਿੱਦਾਂ ਮੰਨ ਲਓ ਇੱਥੇ 2 ਨਾਲ ਡਿਵਾਈਡ ਕਰਾਂਗੇ ਤਾਂ ਉਹਦਾ ਰਿਮਾਈਂਡਰ ਜਿਹੜਾ ਹੁੰਦਾ ਜਾਂ 0 ਆਉਂਦਾ ਜਾਂ 1 ਆਉਂਦਾ, ਕਦੀ ਵੀ ਰਿਮਾਈਂਡਰ 2 ਨਹੀਂ ਆਉਣਾ। ਅਗਰ 2 ਰਿਮਾਈਂਡਰ ਆ ਗਿਆ ਫਿਰ ਤਾਂ ਡਿਵਾਈਡ ਹੀ ਹੋ ਜਾਊਗਾ। ਠੀਕ ਹੈ, ਮੈਥਮੈਟਿਕਲੀ ਵੈਸੇ ਲੌਜਿਕ ਸਮਝਾ ਰਿਹਾ, ਮਤਲਬ ਸਮਝਣ ਦੀ ਕੋਸ਼ਿਸ਼ ਕਰ ਲਓ ਵੀ ਅਗਰ ਤੁਸੀਂ 2 ਨਾਲ ਡਿਵਾਈਡ ਕਰਦੇ ਹੋ ਤਾਂ ਉਹਦੀ ਜਿਹੜੀ ਵੈਲਿਊ ਹੁੰਦੀ ਹਮੇਸ਼ਾ ਘੱਟ ਹੀ ਆਉਂਦੀ, 1 ਜਾਂ 0 ਹੀ ਆਊਗੀ, ਕਦੀ 2 ਉਹਦਾ ਰਿਮਾਈਂਡਰ ਨਹੀਂ ਆਊਗਾ। ਹੁਣ ਇੱਥੇ ਆਪਾਂ ਇਹਨੂੰ ਡਿਵਾਈਡ ਕਰਨਾ 8 ਨਾਲ, ਅਤੇ ਇਹਦਾ ਰਿਮਾਈਂਡਰ ਕੀ ਆਊਗਾ, ਜਾਂ 0 ਆਊਗਾ ਜਾਂ 7 ਆਊਗਾ। ਇਸੇ ਕਰਕੇ ਇਹ 'ਚ ਡਿਜਿਟਸ ਵੀ ਕਿੰਨੇ ਹੁੰਦੇ, 0 ਤੋਂ ਲੈ ਕੇ 7 ਤੱਕ। ਠੀਕ ਹੈ, ਹੁਣ ਦੇਖੋ 8 2 16, 8 2 16। ਠੀਕ ਹੈ, ਉਸ ਤੋਂ ਬਾਅਦ ਤੁਸੀਂ ਇੱਥੇ ਆ ਗਿਆ 0, ਉਸ ਤੋਂ ਬਾਅਦ 8 2 16, ਕਿੰਨੇ ਬਚ ਗਏ 6। ਠੀਕ ਹੈ, ਇਹ ਸਾਡਾ ਜਾਂਦਾ ਨਹੀਂ ਹੈ, ਅਤੇ 8 0 ਤੋਂ ਮਤਲਬ ਅੱਗੇ ਜਾ ਹੀ ਨਹੀਂ ਰਿਹਾ, ਇਹ ਛੱਡ ਦਿਓ ਹੁਣ। ਠੀਕ ਹੈ, ਸੋ ਮਤਲਬ ਹੁਣ ਆਪਾਂ ਪੁੱਠਾ ਲਿਖਣਾ ਇੱਧਰ ਨੂੰ, ਕਿੰਨਾ ਆ ਗਿਆ 2 6 0। ਮਤਲਬ 176 ਨੂੰ ਅਗਰ ਅਸੀਂ ऑक्टल 'ਚ ਰਿਪਰੈਜ਼ੈਂਟ ਕਰਨਾ ਤਾਂ ਅਸੀਂ ਕੀ ਲਿਖਾਂਗੇ 2 6 0। ਹੁਣ ਇੱਥੇ ਆਪਾਂ ਗੱਲ ਕਰ ਰਹੇ ਸੀਗੇ ਕਿ
176 ਨੂੰ ਅਗਰ ਤੁਸੀਂ ਔਕਟਲ 'ਚ ਰਿਪਰੈਜ਼ੈਂਟ ਕਰਨਾ ਤੁਸੀਂ ਡਿਵਾਈਡ ਕਰ ਰਹੇ ਹੋ, ਠੀਕ ਹੈ। A to the 16, A to the 16, ਉਸ ਤੋਂ ਬਾਅਦ ਆ 0 ਇਹਦਾ ਆ ਗਿਆ, 8 2 16 ਤੇ 6 ਤੁਹਾਡਾ ਬਚ ਗਿਆ, 6 ਇੱਥੇ ਲਿਖਤਾ ਤੇ ਇਹਨੂੰ ਪੁੱਠਾ ਲਿਖ ਦੇਣਾ, 8 ਆ ਗਿਆ, ਠੀਕ ਹੈ। ਹੁਣ ਅਗਰ ਇਸੇ 176 ਨੂੰ ਤੁਸੀਂ ਹੈਗਜ਼ਾਡੈਸੀਮਲ ਦੇ ਵਿੱਚ ਲਿਖਣਾ ਚਾਹੁੰਦੇ ਹੋ, ਤੁਸੀਂ 16 ਨਾਲ ਡਿਵਾਈਡ ਕਰੋਗੇ, ਠੀਕ ਹੈ। ਹੁਣ 16 ਏਕਮ 16, ਇੱਕ ਕਿੱਧਰ ਚਲਾ ਗਿਆ, 16 ਏਕਮ 16, ਠੀਕ ਹੈ। ਇੱਕ ਹੀ ਵੈਲਿਊ ਆਈ ਹੈ, ਪੂਰਾ ਚਲਾ ਗਿਆ 11 ਤੇ 0, ਠੀਕ ਹੈ। ਆਹੀ ਹੈ 11 ਨਾਲ ਆਪਾਂ ਡਿਵਾਈਡ ਕੀਤਾ, 0 ਤੁਹਾਡਾ ਆ ਗਿਆ। ਹੁਣ 11 ਫਿਰ ਤਾਂ ਡਿਵਾਈਡ ਹੋਣਾ ਨਹੀਂ, ਇਹਦਾ ਮਤਲਬ ਤੁਸੀਂ ਇਹਨੂੰ ਉਲਟਾ ਲਿਖਣਾ। ਹੁਣ 11 ਦੀ ਜਗ੍ਹਾ ਤੁਸੀਂ 11 ਨਹੀਂ ਲਿਖ ਸਕਦੇ, ਆਪਾਂ ਕੀ ਲਿਖਣਾ, 11 ਦੀ ਜਗ੍ਹਾ ਲਿਖਣਾ A, ਯਾਨੀ ਕਿ ਤੁਸੀਂ ਕੀ ਲਿਖੋਗੇ A ਐਂਡ 0, ਠੀਕ ਹੈ। ਤੁਸੀਂ ਕੀ ਲਿਖੋਗੇ A ਐਂਡ 0 ਬ੍ਰੈਕਟ 'ਚ ਲਿਖੋਗੇ 16। ਇਹ ਤਾਂ ਹੋ ਗਿਆ ਇੱਕ ਕੇਸ ਕਿ ਅਗਰ ਤੁਸੀਂ ਡੈਸੀਮਲ ਟੂ ਇੱਥੇ ਇਹਨਾਂ ਚੀਜ਼ਾਂ ਨੂੰ ਕਨਵਰਟ ਕਰਨਾ। ਹੁਣ ਮੈਂ ਇਹਨੂੰ ਉਲਟਾ ਕਨਵਰਟ ਕਰਕੇ ਦੱਸ ਦਿੰਦਾ। ਬਾਈ ਚਾਂਸ ਤੁਹਾਨੂੰ ਬਾਈਨਰੀ ਦੇ ਵਿੱਚ ਵੈਲਿਊ ਦਿੱਤੀ ਹੋਵੇ, ਬਾਈ ਚਾਂਸ ਤੁਹਾਨੂੰ ਬਾਈਨਰੀ ਦੇ ਵਿੱਚ ਵੈਲਿਊ ਦਿੱਤੀ ਹੋਵੇ ਜਾਂ ਔਕਟਲ ਦੇ ਵਿੱਚ ਦਿੱਤੀ ਹੋਵੇ ਜਾਂ ਤੁਹਾਨੂੰ ਹੈਗਜ਼ਾ ਦੇ ਵਿੱਚ ਵੈਲਿਊ ਦਿੱਤੀ ਹੋਵੇ ਔਰ ਉਹਨੂੰ ਤੁਸੀਂ ਡੈਸੀਮਲ 'ਚ ਕਨਵਰਟ ਕਰਨਾ, ਉਲਟਾ ਕਰਨਾ, ਠੀਕ ਹੈ। ਸੋ ਆਪਾਂ ਪੁਰਾਣੀ ਵੈਲਿਊਜ਼ ਹੀ ਚੱਕਾਂਗੇ ਤਾਂ ਕਿ ਤੁਹਾਨੂੰ ਕਲੈਰਿਟੀ ਆ ਜਾਵੇ ਵੀ ਆਪਾਂ ਸਹੀ ਜਿਹੜਾ ਕਨਵਰਟ ਕੀਤਾ ਵੀ ਹੈ ਜਾਂ ਨਹੀਂ ਕੀਤਾ। ਸੋ 1011 ਉਸ ਤੋਂ ਬਾਅਦ 4 ਟਾਈਮਸ 0 ਸੀਗਾ, ਠੀਕ ਹੈ। ਬਾਈਨਰੀ ਸਾਡੇ ਕੋਲ ਆਹ ਵੈਲਿਊ ਆ ਗਈ। ਹੁਣ ਇਹਨਾਂ ਸਾਰਿਆਂ ਦਾ ਜਿਹੜਾ ਆਨਸਰ ਹੈ ਉਹ ਕਿੰਨਾ ਆਉਣਾ ਚਾਹੀਦਾ, 176, ਠੀਕ ਹੈ। ਅਗਲਾ ਆਪਾਂ ਕੀ ਕੀਤਾ, ਹੁਣ 260 ਸਾਡਾ ਪ੍ਰੂਫ ਤਾਂ ਹੀ ਹੋਣਾ ਨਾ ਕਿ ਅਗਰ ਇਹ ਰਿਪਰੈਜ਼ੈਂਟੇਸ਼ਨ ਸਹੀ ਹੈ ਤਾਂ ਇਹਨਾਂ ਸਾਰਿਆਂ ਦਾ ਡੈਸੀਮਲ 'ਚ ਆਨਸਰ ਜਿਹੜਾ 176 ਹੀ ਆਉਣਾ ਚਾਹੀਦਾ, ਠੀਕ ਹੈ। ਹੁਣ ਆਪਾਂ 176 ਇੱਥੇ ਕੀ ਲਿਖਣਾ, A0 16 ਦੇ ਨਾਲ, ਠੀਕ ਹੈ। ਹੁਣ ਇਹਦਾ ਤਰੀਕਾ ਕੀ ਹੁੰਦਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪਿੱਛੇ ਦੱਸਿਆ ਸੀ ਤੁਹਾਨੂੰ ਮੈਂ ਕਿ ਇਹਨੂੰ ਆਪਾਂ ਇਸ ਢੰਗ ਨਾਲ ਲਿਖਦੇ ਹਾਂ, ਮਤਲਬ ਇਹਨੂੰ ਅਗਰ ਬੇਸ 10 ਹੈ ਤਾਂ 10⁻0 ਤੋਂ ਸ਼ੁਰੂ ਕਰ ਦਿੰਦੇ ਇਸ ਸਾਈਡ ਨੂੰ, ਇਹਦਾ ਬਾਈਨਰੀ 'ਚ 2 ਦੀ ਪਾਵਰ ਸ਼ੁਰੂ ਕਰ ਦਿੰਦੇ, ਇਹਦੇ 'ਚ 16 ਦੀ ਪਾਵਰ ਸ਼ੁਰੂ ਕਰ ਦਿੰਦੇ, ਠੀਕ ਹੈ। ਇਹਦੇ ਬੁੱਕ ਦੇ ਵਿੱਚ ਇਹਨਾਂ ਨੇ ਨਾਮ ਵੈਸੇ ਲਿਖੇ ਹੋਏ ਆ, ਨਾਮ ਯਾਦ ਕਰਨ ਦੀ ਲੋੜ ਨਹੀਂ ਹੈ, ਸਿਰਫ ਇੰਨਾ ਯਾਦ ਹੋਣਾ ਚਾਹੀਦਾ ਵੀ ਇਹਨੂੰ ਆਪਾਂ ਕਨਵਰਟ ਕਿੱਦਾਂ ਕਰਦੇ ਜਾਂ ਇਹਦਾ ਬੇਸ ਕੀ ਹੈ, ਬੇਸਿਕਸ ਕੀ ਹੈ। ਹੁਣ ਅਗਰ ਬਾਈਨਰੀ 'ਚ ਤੁਸੀਂ ਇਹਨੂੰ ਕਨਵਰਟ ਕਰਨਾ ਤੇ ਜੋ ਆਪਾਂ ਸਟੱਡੀ ਕੀਤਾ ਪਹਿਲਾਂ ਤਾਂ ਇਹਨੂੰ ਇੱਥੋਂ ਸ਼ੁਰੂ ਕਰ ਦਿਓ, 2⁻0 ਤੋਂ ਸ਼ੁਰੂ ਕਰ ਦਿਓ। ਕਿੰਨੀਆਂ ਬਿਟਸ ਹੈ, 0 1 2 3 4 5 6 7 ਤੱਕ ਹੈ, ਮਤਲਬ ਆਪਾਂ 7 ਤੱਕ ਜਾਣਾ। 2⁻0 2⁻1 2⁻2 2⁻3 2⁻4 2⁻5, ਠੀਕ ਹੈ। 2⁻6 ਮੈਂ ਇੱਥੇ ਉੱਪਰ ਲਿਖ ਦੇਣਾ 2⁻7। ਹੁਣ ਆ ਜਿਹੜੀ ਵੈਲਿਊਜ਼ ਹੈ ਇਹਨੂੰ ਇੱਥੇ ਲਿਖੀ ਜਾਣਾ, 0 ਨੂੰ ਮਲਟੀਪਲਾਈ ਕਰ ਦੇਣਾ ਇਹਦੇ ਨਾਲ ਪਲੱਸ ਅਗਲੀ 0 ਇੱਥੇ ਆ ਜਾਣੀ, 0 ਨੂੰ ਮਲਟੀਪਲਾਈ ਕਰ ਦੇਣਾ ਇਹਦੇ ਨਾਲ, ਫਿਰ ਇੱਥੇ ਪਲੱਸ ਇਸ 0 ਨੂੰ ਇੱਥੇ ਲਿਖ ਦੇਣਾ 0 ਮਲਟੀਪਲਾਈ ਦਿਸ ਪਲੱਸ ਆਹ ਵਾਲੀ 0 ਅੱਗੇ ਲਿਖ ਦੇਣੀ 0 ਮਲਟੀਪਲਾਈ ਦਿਸ ਪਲੱਸ ਹੁਣ 1 ਦੇ ਨਾਲ 1 ਮਲਟੀਪਲਾਈ ਆਹ ਵਾਲਾ 1 ਇੱਥੇ ਆ ਗਿਆ ਪਲੱਸ ਆਹ ਵਾਲਾ 1 ਅੱਗੇ ਆ ਗਿਆ 1 ਮਲਟੀਪਲਾਈ ਇੱਥੇ ਪਲੱਸ ਇਹਨੂੰ ਆਪਾਂ 0 ਨਾਲ ਮਲਟੀਪਲਾਈ ਕੀਤਾ 6 ਨੂੰ ਪਲੱਸ ਪਾ ਕੇ 7 ਨੂੰ ਆਪਾਂ ਕਿੰਨਾ ਮਲਟੀਪਲਾਈ ਕਰਨਾ 1 ਦੇ ਨਾਲ। ਸੋ ਅਲਟੀਮੇਟਲੀ ਜਿੱਥੇ ਜਿੱਥੇ 0 ਹੈ ਉੱਥੇ ਤਾਂ ਪਹਿਲਾਂ 0, ਕਿਉਂਕਿ 0 ਨਾਲ ਜੋ ਮਰਜ਼ੀ ਮਲਟੀਪਲਾਈ ਕਰ ਦੋ 0 ਹੀ ਆਉਣਾ, ਮਤਲਬ ਪਹਿਲੇ ਥਾਂ ਵੀ 0 ਆਉਣਾ, ਦੂਜੀ ਥਾਂ ਵੀ 0 ਰਹਿ ਜਾਣਾ, ਤੀਸਰੀ ਥਾਂ ਵੀ 0 ਰਹਿ ਜਾਣਾ, ਚੌਥੀ ਜਗ੍ਹਾ ਵੀ 0 ਹੀ ਰਹਿ ਜਾਣਾ, ਪੰਜਵੀਂ ਜਗ੍ਹਾ ਹੁਣ ਦੇਖੋ ਇੱਥੇ 2⁻4 ਜਿਹੜਾ ਕੈਲਕੂਲੇਟ ਕਰੋ 2 2 4 4 2 8 16, ਠੀਕ ਹੈ। 16 ਆ ਗਿਆ, 16 ਨੂੰ ਆਪਾਂ ਕਿੰਨਾ ਮਲਟੀਪਲਾਈ ਕੀਤਾ 1 ਦੇ ਨਾਲ, ਉਸ ਤੋਂ ਬਾਅਦ 5 ਆ ਗਿਆ, 16 ਨਾਲ 32 32 ਤੇ ਆ ਗਿਆ ਮਲਟੀਪਲਾਈ ਬਾय 1 ਪਲੱਸ 6 ਵਾਲਾ ਤਾਂ 0 ਹੀ ਹੋ ਗਿਆ, ਲਾਸਟ ਕੀ ਰਹਿ ਗਿਆ 7, ਠੀਕ ਹੈ। ਸੋ 32 2 4 128 128 ਨੂੰ ਤੁਸੀਂ 1 ਨਾਲ ਮਲਟੀਪਲਾਈ ਕਰਨਾ, ਠੀਕ ਹੈ। ਸੋ ਫਾਈਨਲੀ ਤੁਹਾਡੇ ਕੋਲ ਕੀ ਬਚਿਆ, 0 ਵਾਲਿਆਂ ਦਾ ਹੁਣ ਆਪਾਂ ਛੱਡ ਦਿੰਦੇ ਹਾਂ, ਫਾਈਨਲੀ ਤੁਹਾਡੇ ਕੋਲ ਬਚਿਆ ਕੀ 128 ਪਲੱਸ 32 ਪਲੱਸ 16, ਇਹਨਾਂ ਸਾਰਿਆਂ ਨੂੰ ਪਲੱਸ ਕਰੋਗੇ 8 ਤੋਂ 2 10 ਤਾਂ 6 16 ਇੱਕ ਉੱਪਰ ਚਲਾ ਗਿਆ, 3 ਤੇ 1 4 5 5 ਤੇ 2 7 ਤੇ 1 ਆ ਗਿਆ, ਠੀਕ ਹੈ। ਮਤਲਬ ਸਾਡਾ ਹੁਣ ਜਿਹੜਾ ਡੈਸੀਮਲ ਦੇ ਵਿੱਚ ਵੈਲਿਊ ਕਿੰਨੀ ਆ ਗਈ 176, ਇਹਦਾ ਮਤਲਬ ਸਾਡੀ ਕਨਵਰਜ਼ਨ ਠੀਕ ਸੀਗੀ। ਹੁਣ ਆਪਾਂ ਔਕਟਲ ਦੀ ਗੱਲ ਕਰ ਲੈਣੇ, ਔਕਟਲ 'ਚ ਵੀ ਸੇਮ ਸ਼ੁਰੂ ਕਰ ਦੇਣੀ ਪਾਵਰਾਂ ਦੇ ਹਿਸਾਬ ਨਾਲ, 8 ਦੀ ਪਾਵਰ 0 8 ਦੀ ਪਾਵਰ 1 8 ਦੀ ਪਾਵਰ 2, ਕਿਉਂਕਿ ਸਾਡੇ ਕੋਲ 3 ਹੀ ਹੈ। ਹੁਣ ਇਹਨੂੰ ਆਪਾਂ 0 ਨਾਲ ਮਲਟੀਪਲਾਈ ਕਰਨਾ, ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ, ਇਹਨੂੰ 6 ਨਾਲ ਮਲਟੀਪਲਾਈ ਕਰਨਾ ਪਲੱਸ ਇਹਨੂੰ ਆਪਾਂ 2 ਨਾਲ ਮਲਟੀਪਲਾਈ ਕਰਨਾ 2 ਮਲਟੀਪਲਾਈ ਦਿਸ, ਠੀਕ ਹੈ। 0 ਵਾਲਾ ਤਾਂ 0 ਹੀ ਹੋ ਗਿਆ, 8 ਦਾ 8 ਹੀ ਰਹਿ ਗਿਆ, ਗੁਣਾ 6 ਹੋ ਗਿਆ, ਜਮਾ 8 2 16 ਹੋ ਗਿਆ
गुणा कितना हो गया 2, ठीक है। ये हम मैंने गड़बड़ लग रही, ठीक है। 8 6 48 हो गया, सॉरी 8 8 64 है, मेरी गलती है। 8 ਨੂੰ 8 ਨਾਲ ਗੁਣਾ ਕਰਨਾ, 8 8 64, ठीक है। 8 8 ਦਾ 64 ਹੁੰਦਾ। ਹੁਣ 64 ਨੂੰ ਤੁਸੀਂ 2 ਨਾਲ ਗੁਣਾ ਕਰੋਗੇ, 2 ਚੌਕੇ 8 ਤੇ 2 ਛਿਕੇ 12, ठीक है। 128 ਹੋ ਗਿਆ। ਹੁਣ ਜਦੋਂ 128 + 48 ਕਰੋਗੇ ਤਾਂ ਕਿੰਨਾ ਹੋਊਗਾ 8 8 16, 2 ਤੇ 6 1 7 1, 176 ਇਹ ਵੀ ਆ ਗਿਆ, ਠੀਕ है। ਇਹ 'ਚ ਵੀ ਕੋਈ ਪ੍ਰੋਬਲਮ ਨਹੀਂ ਆਈ। ਹੁਣ ਇਹਨੂੰ ਕਨਵਰਟ ਕਰਨਾ, ਇਹ 'ਚ ਵੀ ਸੇਮ 16 ਦੀ ਪਾਵਰ ਪਹਿਲਾਂ 0 ਲਿਖ ਲਓ, 16 ਦੀ ਪਾਵਰ 1 ਲਿਖ ਲਓ। ਹੁਣ 0 ਨੂੰ ਤੁਸੀਂ ਇੰਨਾ ਮਲਟੀਪਲਾਈ ਕਰਨਾ ਪਲੱਸ 16 ਦੀ ਪਾਵਰ 1 ਨੂੰ ਤੁਸੀਂ ਕਿੰਨਾ ਮਲਟੀਪਲਾਈ ਕਰਨਾ a ਦੇ ਨਾਲ। a ਦੀ ਜਗ੍ਹਾ ਐਕਚੁਅਲ 'ਚ ਕੀ ਆ ਹੁਣ 11 ਮਲਟੀਪਲਾਈ ਬਾਏ 16 ਹੀ ਰਹਿ ਜਾਣਾ। 16 ਕਮ ਮਤਲਬ 16 ਦੀ ਪਾਵਰ 1 ਮਤਲਬ 16 ਨੂੰ ਕਿਸੇ ਨਾਲ ਮਲਟੀਪਲਾਈ ਨਹੀਂ ਕਰਨਾ ਆਪਾਂ, ਪਲੱਸ 0 ਮਲਟੀਪਲਾਈ ਬਾਏ 1, ਇਹ 0 ਰਹਿ ਗਿਆ। ਅੱਛਾ, ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਸਮਥਿੰਗ ਪਾਵਰ n ਦੀ ਪਾਵਰ ਅਗਰ 0 ਹੋਵੇ ਤਾਂ ਉਹਦਾ ਮਤਲਬ 1 ਹੁੰਦਾ ਹੈ, ਠੀਕ ਹੈ। ਮੈਥਮੈਟਿਕਸ ਹੈ ਸਿੰਪਲ, ਕਿਉਂਕਿ ਇੱਥੇ ਕਿਸੇ ਦੀ ਵੈਲਿਊ ਆਈ ਨਹੀਂ, ਇਸ ਕਰਕੇ ਮੈਂ ਦੱਸਿਆ ਨਹੀਂ ਕਿ 2 ਦੀ ਪਾਵਰ 0 ਹੈ, ਇਹਨੂੰ ਆਪਾਂ 1 ਲਿਖਦੇ ਹੁੰਦੇ ਹਾਂ, ਠੀਕ ਹੈ। 8 ਦੀ ਪਾਵਰ 0 ਹੈ, ਇਹਦਾ ਮਤਲਬ 1 ਹੁੰਦਾ, ਠੀਕ ਹੈ। n ਦੀ ਪਾਵਰ 0 ਮਤਲਬ 1 ਹੁੰਦਾ, 16 ਦੀ ਪਾਵਰ 0 ਮਤਲਬ ਇੱਥੇ 1 ਹੈ। ਹੁਣ 11 ਨੂੰ ਤੁਸੀਂ 16 ਨਾਲ ਮਲਟੀਪਲਾਈ ਕਰੋਗੇ, 11 ਛਿਕੇ 66 ਹੋ ਗਿਆ, 6 ਉੱਪਰ ਚਲਾ ਗਿਆ, 11 ਕਮ 11 ਤੇ 6 17, 176, ਠੀਕ ਹੈ। ਸੋ ਇਹ ਤੁਹਾਡੀਆਂ ਹੈਗੀਆਂ ਸਿੰਪਲ ਕਨਵਰਜ਼ਨਸ ਕਿ ਆਪਾਂ ਮੇਨਲੀ ਡੈਸੀਮਲ ਟੂ ਆਕਟਲ ਕਿਵੇਂ ਜਾਣਾ, ਡੈਸੀਮਲ ਟੂ ਬਾਈਨਰੀ ਕਿਵੇਂ ਜਾਣਾ, ਡੈਸੀਮਲ ਟੂ ਹੈਕਸਾਡੈਸੀਮਲ ਕਿਵੇਂ ਜਾਣਾ। ਔਰ ਇਹਦੇ ਵਿੱਚ ਆਪਾਂ ਉਲਟਾ ਕਰਤਾ ਕਿ ਬਾਈਨਰੀ ਟੂ ਦੁਬਾਰਾ ਤੁਸੀਂ ਡੈਸੀਮਲ ਆ ਗਏ ਹੋ, ਮਤਲਬ ਡੈਸੀਮਲ 'ਚ ਤੁਹਾਡਾ ਆਨਸਰ ਇੱਥੇ 176 ਆ ਰਿਹਾ, ਇੱਥੇ ਵੀ 176 ਆ ਰਿਹਾ, ਇੱਥੇ ਵੀ 176 ਆ ਰਿਹਾ। ਇਹਦੇ ਨਾਲ ਸਾਡੀ ਜਿਹੜੀ ਕਨਵਰਜ਼ਨਸ ਹੈ ਉਹ ਬਿਲਕੁਲ ਸਹੀ ਹੈ।